ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੁਆਰਾ ਲਿਖਿਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ। ਸਿਫਤ ਸਲਾਹ ਸਾਡਾ ਮੁੱਖ ਕਰਮ ਅਤੇ ਫਿਰ ਇਹ ਮੁੱਖ ਕਰਮ ਗੁਰਮਤਿ ਵਿਖੇ ਤਤ ਸਰ ਵਿਵੇਕ ਕਿਵੇਂ ਕਹਾਉਂਦਾ ਹੈ। ਹੁਣ ਪਹਿਲਾਂ ਇੱਥੇ ਇਸ ਭੇਦ ਦੇ ਭਲੀ ਪ੍ਰਕਾਰ ਖੋਲ੍ਹ ਕੇ ਸਪਸ਼ਟ ਕਰਨ ਦੀ ਲੋੜ ਹੈ ਕਿ ਗੁਰਮਤਿ ਅੰਦਰ ਸਿਫਤ ਸਲਾਹਣ, ਹਰ ਭਜਨ ਅਰਥਾਤ ਨਾਮ ਜਪਣਾ, ਕੀਰਤਨ ਕਰਨਾ, ਸੁਣਨਾ ਆਦਿਕ ਮੁੱਖ ਕਰਮ ਤਤ ਸਾਰ ਵਿਵੇਕ ਰੂਪ ਕਿਸ ਵਿਧ ਸਿੱਧ ਹੋ ਸਕਦੇ ਹਨ। ਇਸ ਸਿਧਾਂਤ ਦੇ ਦ੍ਰਿੜਾਵਣ ਅਤੇ ਸਪਸ਼ਟਾਵਣ ਲਈ ਜਿਤਨੇ ਵੀ ਗੁਰ ਪ੍ਰਮਾਣ ਅਰਥਾਤ ਗੁਰਵਾਕਾਂ ਰੂਪੀ ਪ੍ਰਮਾਣ ਦਿੱਤੇ ਜਾਣ ਉਤਨੇ ਹੀ ਅਤ ਲਾਭਵੰਦੇ ਹੋਣਗੇ, ਕਿਉਂਕਿ ਜਦ ਤੀਕ ਗੁਰ ਬਚਨਾ ਰੂਪੀ ਹੁਕਮਨ ਸਿਰ ਹੁਕਮ ਅਰਥਾਤ ਸਿਰਤਾਜ ਹੁਕਮ ਨੂੰ ਜਾਂ ਕਰਮਨ ਸਿਰ ਕਰਮ ਸਿਰਤਾਜ ਕਰਮ ਨਾਮ ਸਿਫਤ ਸਲਾਹ ਨੂੰ ਤਤਸਾਰ ਗੁਰਮਤਿ ਵਿਵੇਕ ਨਾ ਸਿੱਧ ਕਰ ਦਿੱਤਾ ਜਾਵੇ, ਤਦ ਤੀਕ ਦੁਤੀ ਸਾਧਨ ਸੰਪੰਨ ਹੁਕਮ ਅਰਥਾਤ ਏਕੋ ਹੁਕਮ ਦੇ ਅੰਤਰ ਦਾਇਰੀ ਕੇਂਦਰ ਅਵਾਂਤਰੀ ਗੁਰਮਤਿ ਕਰਮ ਕਿਸ ਵਿਧ ਗੁਰਮਤਿ ਵਿਵੇਕ ਦਾ ਅਵਸ਼ ਮੇਵੀ ਅੰਸ਼ ਸਿੱਧ ਹੋ ਸਕਦੇ ਹਨ। ਇਸ ਸਿਫਤ ਸਲਾਹ ਹਰ ਭਜਨ ਹਰ ਸਿਮਰਨ ਰੂਪੀ ਸਿਰਤਾਜ ਹੁਕਮ ਅਰਥਾਤ ਸਿਰਤਾਜ ਕਰਮ ਨੂੰ ਤਤ ਸਰ ਵਿਵੇਕ ਦੀ ਤੁਲਤਾ ਦੇ ਸਮਾਨ ਤਤ ਗਿਆਨ ਦੀ ਸਮਸਰਤਾ ਵੀ ਪ੍ਰਾਪਤ ਹੈ। ਦੂਜੇ ਪਦਾਂ ਵਿੱਚ ਇਉਂ ਕਹੋ ਕਿ ਤਤ ਸਰ ਵਿਵੇਕ ਅਤੇ ਤਤ ਗਿਆਨ ਦਾ ਭਾਵ ਗੁਰਮਤਿ ਅੰਦਰ ਇੱਕੋ ਹੀ ਹੈ। ਇਸ ਵਿਸ਼ੇ ਦੀ ਪ੍ਰੋੜਤਾ ਪ੍ਰਥਾਏ ਹੁਣ ਯਥਾ ਕਰਮ ਗੁਰ ਪ੍ਰਮਾਣ ਉਦਾਹਰਣ ਮਾਤਰ ਨਿਰੂਪਣ ਕਰਾਏ ਜਾਂਦੇ ਹਨ। ਜੁਗ ਹੈ ਜੁਗੰਤਰ ਇਹ ਤਤ ਸਾਰ ਹਰ ਸਿਮਰਨ ਸਾਚਾ ਵਿਚਾਰ। ਜੁਗ ਹੈ ਜੁਗੰਤਰ ਇਹ ਤਤ ਸਾਰ ਹਰ ਸਿਮਰਨ ਸਾਚਾ ਵਿਚਾਰ। ਭੈਰੋ ਮਹੱਲਾ ਪੰਜਵਾਂ। ਭਾਵ ਸਤਿਗੁਰ ਬਚਨਾਂ ਦੀ ਕਮਾਈ ਦਾ ਸਾਰ ਤੱਤ ਹਰ ਸਿਮਰਨ ਸਿਫਤ ਸਲਾਹ ਹੈ ਅਤੇ ਸਤਿਗੁਰ ਬਚਨ ਕਮਾਵਣਾ ਸੱਚਾ ਵਿਵੇਕ ਵਿਚਾਰ ਪਹਿਲਾਂ ਸਿੱਧ ਹੋ ਚੁੱਕਾ ਹੈ। ਤਾਂ ਤੇ ਹਰ ਸਿਮਰਨ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਸੱਚਾ ਵਿਚਾਰ ਵਿਵੇਕ ਹੈ। ਵਿਚਾਰ ਅਥਵਾ ਵਿਚਾਰ ਅਤੇ ਵਿਵੇਕ ਤੋਂ ਭਾਵ ਇੱਕੋ ਹੀ ਹੈ, ਜੈਸਾ ਕਿ ਪਹਿਲਾਂ ਸਿੱਧ ਹੋ ਚੁੱਕਾ ਹੈ। ਤਾਂ ਤੇ ਹਰ ਸਿਮਰਨ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਹੈ। ਤਾਂ ਤੇ ਹਰ ਸਿਮਰਨ ਹੀ ਤਤ ਸਾਰ ਵਿਵੇਕ ਹੈ। ਸਿਮਰਨ ਦਾ ਆਨੰਦ ਤੇ ਤਤ ਕਮਾਈ ਸੱਚਾ ਵਿਵੇਕ ਸਾਰ। ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਬਿਲਾਵਲ ਮਹੱਲਾ ਪੰਜਵਾਂ। ਭਾਵ ਨਾਮ ਸਿਫਤ ਸਲਾਹ ਸੰਬੰਧੀ ਉਦਮ ਕਰਨ ਮਾਤਰ ਵਿੱਚ ਹੀ ਇੱਕ ਆਨੰਦ ਹੈ ਅਤੇ ਨਾਮ ਸਿਮਰਨ ਕਰ ਸਾਰ ਸੁਖ ਸੱਚੇ ਆਤਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਜਿਉਂ-ਜਿਉਂ ਇਹ ਤਤ ਸਾਰ ਆਤਮ ਆਨੰਦੀ ਦਸ਼ਾ ਪ੍ਰਾਪਤ ਹੁੰਦੀ ਹੈ, ਤਿਉਂ-ਤਿਉਂ ਵਧੇਰੇ ਨਾਮ ਜਪੀਦਾ ਹੈ। ਇਸ ਵਿਧ ਕੇਵਲ ਇਸ ਵਿਧ ਹੀ ਪ੍ਰਾਪਤ ਕੀਤੀ ਅਥਾਹ ਆਤਮ ਆਨੰਦੀ ਰੰਗਾਂ ਵਾਲੀ ਸਿਫਤ ਸਲਾਹ ਦੀ ਅਤ ਉੱਚੀ ਵਿਵਸਥਾ ਦਾ ਨਾਮ ਹੀ ਪੂਰਨ ਵਿਚਾਰ ਅਰਥਾਤ ਕਮਾਲ ਦਸ਼ਾ ਦਾ ਤਤ ਸਾਰ ਵਿਵੇਕ ਹੈ। ਤਾਂ ਤੇ ਗੁਰਸਿੱਖੀ ਦਾ ਮੁੱਖ ਕਰਮ ਨਾਮ ਦੀ ਕਮਾਈ ਹੈ ਅਤੇ ਇਹੋ ਨਾਮ ਸਿਫਤ ਸਲਾਹ ਰੂਪੀ ਤਤ ਕਮਾਈ ਸਾਰ ਗੁਰਮਤਿ ਵਿਵੇਕ ਹੈ। ਤਾਂ ਤੇ ਗੁਰਸਿੱਖੀ ਦਾ ਮੁੱਖ ਕਰਮ ਨਾਮ ਦੀ ਕਮਾਈ ਹੈ ਅਤੇ ਇਹੋ ਨਾਮ ਸਿਫਤ ਸਲਾਹ ਰੂਪੀ ਤਤ ਕਮਾਈ ਸਾਰ ਗੁਰਮਤਿ ਵਿਵੇਕ ਹੈ। ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕਿ ਮਨ ਬਸਿਆ ਨਿਰੰਕਾਰ। ਸਾਧ ਸੰਗ ਮਿਲ ਕਰਹੁ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ।
ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਹੈ ਸੁਆਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇਸ ਤੋਂ ਵੱਧ ਕੇ ਹੋਰ ਕੋਈ ਵਿਚਾਰ ਵਿਵੇਕ ਨਹੀਂ ਜੋ ਕਿਸੇ ਅਭਿਆਸੀ ਜਨ ਦੇ ਮਨ ਵਿਖੇ ਨਾਮ ਦੀ ਕਮਾਈ ਦੁਆਰਾ ਨਾਮੇ ਨਿਰੰਕਾਰ ਦਾ ਨਿਵਾਸ ਹੋਇਆ ਹੈ। ਅਰਥਾਤ ਨਾਮੇ ਨਿਰੰਕਾਰ ਨੂੰ ਮਨ ਵਿਖੇ ਵਸਾਵਣਹਾਰ ਨਾਮ ਅਭਿਆਸ ਦੀ ਸਾਰ ਕਮਾਈ ਹੀ ਉੱਚਾ ਸੁੱਚਾ ਵਿਵੇਕ ਵਿਚਾਰ ਹੈ। ਇਸ ਸਾਰ ਤੱਤ ਵਿਵੇਕ ਕਮਾਈ ਦਾ ਆਨੰਦ ਵਿਸ਼ੇਸ਼ ਕਰਕੇ ਸਾਧ ਸੰਗ ਵਿਖੇ ਮਿਲ ਕੇ ਹੀ ਲਿਆ ਜਾਂਦਾ ਹੈ। ਤਾਂ ਤੇ ਸਾਧ ਸੰਗਤ ਵਿੱਚ ਜਾ ਕੇ ਜੁੜਨਾ ਅਤੇ ਪ੍ਰਭ ਪਰਮਾਨੰਦ ਦੇ ਗੁਣ ਗਾਉਣੇ ਇਹ ਤਤ ਆਨੰਦੀ ਵਿਵੇਕ ਕਰਮ ਹੈ। ਤਾਂ ਤੇ ਸਾਧ ਸੰਗਤ ਵਿੱਚ ਜਾ ਕੇ ਜੁੜਨਾ ਅਤੇ ਪ੍ਰਭ ਪਰਮਾਨੰਦ ਦੇ ਗੁਣ ਗਾਉਣੇ ਇਹ ਤਤ ਆਨੰਦੀ ਵਿਵੇਕ ਕਰਮ ਹੈ, ਜਿਸ ਦੇ ਕਮਾਵਣ ਦਾ ਇਸ ਗੁਰਵਾਕ ਰੂਪ ਗੁਰਬਚਨ ਦੁਆਰਾ ਸਿੱਖਾਂ ਪ੍ਰਤੀ ਹੁਕਮ ਹੈ। ਪਿਛਲੀ ਦੁਤੁਕੀ ਅੰਦਰ ਆਏ ਗੁਰਬਚਨ ਦਾ ਕਮਾਵਣਾ ਅਰਥਾਤ ਸਾਧ ਸੰਗ ਵਿਖੇ ਆਨੰਦ ਪੂਰਵਕ ਗੋਬਿੰਦ ਗੁਣ ਗਾਵਣਾ ਸੱਚਾ ਵਿਚਾਰ ਵਿਵੇਕ ਹੈ। ਨਾਮ ਰੂਪ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਹੈ। ਤਤ ਵਿਚਾਰ ਜੋ ਕਰਨ ਯੋਗ ਹੈ ਸੋ ਰਾਮ ਨਾਮ ਦਾ ਵਿਚਾਰ ਹੈ। ਨਾਮ ਦੇ ਵਿਚਾਰ ਤੋਂ ਭਾਵ ਨਾਮ ਦਾ ਅਭਿਆਸ ਕਰਨਾ ਹੈ। ਨਾਮ ਦੇ ਵਿਚਾਰ ਤੋਂ ਭਾਵ ਨਾਮ ਦਾ ਅਭਿਆਸ ਕਰਨਾ ਹੈ। ਤਾਂ ਤੇ ਨਾਮ ਦਾ ਅਭਿਆਸ ਕਰਨਾ ਅਰਥਾਤ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਹੈ। ਯਦਿ ਇਸ ਸਿਫਤ ਸਲਾਹ ਦੁਆਰਾ ਹੀ ਮਨੁੱਖਾ ਦੇਹੀ ਦਾ ਉਧਾਰ ਹੁੰਦਾ ਹੈ ਅਤੇ ਇਹੀ ਪ੍ਰਾਨ ਤਰਨ ਕਾ ਸੁਆਓ ਹੈ, ਤਾਂ ਤੇ ਸਿਫਤ ਸਲਾਹ ਰੂਪੀ ਸਾਰ ਵਿਵੇਕ ਹੀ ਤਤ ਕਮਾਈ ਯੋਗ ਮੁੱਖ ਕਰਮ ਹੈ। ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ, ਮਤ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ। ਸਿਵ ਸਕਤ ਮਿਟਾਈਆ ਚੁੱਕਾ ਅੰਧਿਆਰਾ, ਧੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ। ਧੁਰ ਮਸਤਕ ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ। ਗੌੜੀ ਬੈਰਾਗਣ ਮਹੱਲਾ ਤੀਜਾ। ਸਿਧਾਂਤ ਇਹ ਕਿ ਗੁਰਮਤਿ ਗਿਆਨ ਜੋ ਕੇਵਲ ਸਤਿਗੁਰੂ ਦੁਆਰਾ ਪ੍ਰਾਪਤ ਹੁੰਦਾ ਹੈ ਉਹ ਹਰ ਨਾਮ ਰੂਪੀ ਅਭਿਆਸ ਦੀ ਤਤ ਕਮਾਈ ਹੈ। ਹਰ ਤਤ ਵਿਚਾਰਾ ਇਹ ਸੱਚਾ ਗਿਆਨ ਹੈ। ਹਰ ਤਤ ਵਿਚਾਰਾ ਤੋਂ ਭਾਵ ਨਾਮ ਦੀ ਤਤ ਅਭਿਆਸ ਕਮਾਈ ਹੈ। ਤਾਂ ਤੇ ਨਾਮ ਰੂਪ ਸਿਫਤ ਸਲਾਹ ਹੀ ਤਤ ਸਾਰ ਵਿਵੇਕ ਹੈ ਤੇ ਇਹੋ ਗੁਰਮਤਿ ਗਿਆਨ ਹੈ। ਤਤ ਗੁਰਮਤਿ ਗਿਆਨ ਦੀ ਬਹੁਪੱਖੀ ਵਿਆਖਿਆ। ਇਸੇ ਗੁਰਮਤਿ ਗਿਆਨ ਤਤ ਸਾਰ ਵਿਵੇਕ ਦਾ ਕਮਾਵਣਾ ਗੁਰਸਿੱਖ ਵਿਵੇਕੀ ਦਾ ਮੁੱਖ ਕਰਮ ਤੇ ਮੁੱਖ ਧਰਮ ਹੈ। ਨਾਮ ਸਿਫਤ ਸਲਾਹ ਗਿਆਨ ਸਰੂਪ ਇਸ ਕਰਕੇ ਹੈ ਕਿ ਇਸ ਦੀ ਅਭਿਆਸ ਕਮਾਈ ਜਾਪ ਦੁਆਰਾ ਮਤ ਮਲੀਨ ਉਜਲੀ ਹੋ ਜਾਂਦੀ ਹੈ ਅਤੇ ਇਸ ਦੇ ਅੰਦਰ ਜੋਤ ਪ੍ਰਕਾਸ਼ ਦਾ ਉਜਿਆਰਾ ਹੋ ਜਾਂਦਾ ਹੈ। ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਠਾ। ਗੌੜੀ ਗੁਆਰੇਰੀ ਮਹੱਲਾ ਤੀਜਾ। ਇਸ ਗੁਰ ਪ੍ਰਮਾਣ ਤੋਂ ਸਾਫ਼ ਸਪਸ਼ਟ ਇਹ ਹੀ ਭਾਵ ਹੈ ਕਿ ਗੁਰ ਸ਼ਬਦ ਗੁਰ ਮੰਤਰ ਨਾਮ ਹੀ ਅਸਲ ਗਿਆਨ ਧਿਆਨ ਹੈ। ਗੁਰ ਮੰਤਰ ਨਾਮ ਹੀ ਅਸਲ ਗਿਆਨ ਧਿਆਨ ਹੈ ਅਤੇ ਰਸ ਜੋਤ ਪ੍ਰਕਾਸ਼ਕ ਮਿੱਠਾ ਗਿਆਨ ਧਿਆਨ ਹੈ। ਪਰ ਇਹ ਕਿਸੇ ਵਡਭਾਗੇ ਵਿਰਲੇ ਜਨ ਨੇ ਹੀ ਚੱਖ ਕੇ ਡਿੱਠਾ ਹੈ, ਜਿਸ ਦੇ ਉੱਪਰ ਗੁਰੂ ਦੀ ਕਿਰਪਾ ਹੋਈ ਹੈ ਅਤੇ ਗੁਰੂ ਦੀ ਕਿਰਪਾ ਸਿਰਫ ਗੁਰਸਿੱਖਾਂ 'ਤੇ ਹੁੰਦੀ ਹੈ ਜੋ ਗੁਰੂ ਦੁਆਰੇ ਹੋਏ ਕੈ ਸਾਹਿਬ ਸੰਭਾਲਦੇ ਹਨ ਤੇ ਜੋ ਸਤਿਗੁਰ ਦੇ ਘਰ ਜਨਮ ਲੈ ਕੇ ਅੰਮ੍ਰਿਤ ਛਕ ਕੇ ਗੁਰ ਮੰਤਰ ਪ੍ਰਾਪਤ ਕਰਦੇ ਹਨ। ਕੀਰਤਨ ਪੂਰਨ ਗਿਆਨ। ਸੁਖ ਦਾਤਾ ਦੁਖ ਭੰਜਨ ਹਾਰਾ, ਗਾਓ ਕੀਰਤਨ ਪੂਰਨ ਗਿਆਨ,
ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ, ਬਿਨਸਿਓ ਮੂੜ ਅਭਿਮਾਨ। ਨਟ ਮਹੱਲਾ ਪੰਜਵਾਂ। ਸਿੱਟਾ ਇਹ ਹੈ ਕਿ ਕੀਰਤਨ ਗਾਵਣ ਰੂਪੀ ਸਿਫਤ ਸਲਾਹ ਕਰਨਾ ਹੀ ਪੂਰਨ ਗੁਰਮਤਿ ਗਿਆਨ ਹੈ। ਯਦਿ ਹਰ ਕੀਰਤਨ ਸਿਰ ਕਰਮਨ ਕੇ ਕਰਮਾ ਹੈ, ਅਰਥਾਤ ਮੁਖ ਵਿਵੇਕ ਕਰਮ ਹੈ, ਤਦੇ ਹੀ ਹੁਕਮ ਮਿਲਦਾ ਹੈ ਕਿ ਗਾਓ ਇਹ ਕੀਰਤਨ। ਯਦਿ ਅਜਿਹਾ ਮੁੱਖ ਕਰਮ ਵਿਵੇਕ ਹੈ ਕਿ ਇਸ ਕਰਮ ਦਾ ਵਿਨਾਸ਼ ਤੁਰਿਆ ਪਦ ਵਿਖੇ ਵੀ ਜਾ ਕੇ ਨਹੀਂ ਹੁੰਦਾ, ਅਰਥਾਤ ਦਸਮ ਦੁਆਰਾ ਅਗਮ ਅਪਾਰਾ ਪ੍ਰਾਪਤ ਕਰ ਲੈਣ ਪਰ ਵੀ ਅਖੰਡ ਕੀਰਤਨ ਦੇ ਅਖਾੜਿਆਂ ਦੀ ਖੁੱਲ੍ਹ ਖੇਡ ਬਣੀ ਰਹਿੰਦੀ ਹੈ, ਤਾਂ ਹੀ ਤੇ ਇਹ ਕੀਰਤਨ ਪੂਰਨ ਗਿਆਨ ਸਰੂਪ ਹੈ। ਜੋ ਕੀਰਤਨ ਸੱਚੇ ਸੁਖ ਅਤੇ ਸਰਬ ਸੁੱਖਾਂ ਦਾ ਦਾਤਾ ਹੈ, ਜੋ ਹਰ ਕੀਰਤਨ ਜਨਮ ਮਰਨ ਦੇ ਦੁੱਖ ਅਤੇ ਸਰਬ ਦੁੱਖਾਂ ਦਾ ਭੰਜਨਹਾਰਾ ਹੈ, ਅਤੇ ਕਾਮ ਕ੍ਰੋਧ ਅਤੇ ਲੋਭ ਨੂੰ ਖੰਡ ਖੰਡ ਕਰਨਹਾਰਾ ਹੈ, ਅਤੇ ਮੂੜ ਅਭਿਮਾਨ ਨੂੰ ਵਿਨਾਸ਼ਨਹਾਰਾ ਹੈ, ਉਸ ਹਰ ਕੀਰਤਨ ਰੂਪੀ ਸਿਫਤ ਸਲਾਹ ਤੋਂ ਵੱਧ ਕੇ ਹੋਰ ਕੋਈ ਗਿਆਨ ਨਹੀਂ। ਅਥਵਾ ਪੂਰਨ ਗਿਆਨ ਇਹ ਹਰ ਕੀਰਤਨ ਰੂਪੀ ਸਦਾ ਸਿਫਤ ਸਲਾਹੀ ਧਿਆਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।